साहिब जी। तुम्हारी शरण तुम्हारी आसा, तुम ही सज्जन सुहेले। राखो राखन हार दयाला, नानक घर के गोले। तेरे कवन कवन गुण कह कह गावा, तू साहिब गुनी निधाना। तुमरी महिमा बरन न सको, तू ठाकुर ऊच भगवाना। वै सिफत खसम दी, नूर अरसों कुरसों चटी है। तुद डिठे सचे पातशाह, माल जन्म जन्म दी कटी है। सजन सचा पातशाह, सिर साहां दे शाह। जिस पास बैठिया सोही है, सबना दा वेसाहो। जिस पास बैठिया सोही है, सबना दा वेसाहो। सतनाम श्री वाहिगुरु साहिब जीओ। तनासरी महला पंजवा, घर छेवा, अष्टपदी। एक ओंकार सतगुर प्रसाद, जो जो जूनी आयो, तेह तेह उर जायो। मानस जन्म संजोग पाया, ताकि है ओट साध राखो दे कर हाथ। कर कृपा मिलो हर राया, अनेक जन्म ब्रह्म तिथ नहीं पाई। करो सेवा गुर लागो चरण, गोविंद जी का मार्ग देहो जी बताई। जो जो जूनी आयो, तेह तेह उर जायो। जन्म मानस जन्म संजोग पाया। वाहिगुरु जी का खालसा, वाहिगुरु जी की फतेह। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਰਹਿਮਤ ਕਰਕੇ ਇਹ ਸਤ ਸੰਗਤ ਦੇ ਸੁਭਾਗੇ ਸਮੇਂ ਅੰਮ੍ਰਿਤ ਵੇਲੇ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੇ। ਇਸ ਵੇਲੇ ਆਪਾਂ ਸਤਿਗੁਰਾਂ ਦੀ ਗੁਰਬਾਣੀ ਦੀ ਕਥਾ ਵਿਚਾਰ ਜੋ ਸ਼ਬਦਦਾਰ ਸ਼ਬਦ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਦੇ ਵਿੱਚ ਆ ਕੇ ਪ੍ਰਾਪਤ ਹੋਏ ਆ। ਆਓ ਕੁਝ ਸਮੇਂ ਲਈ ਆਪਣੇ ਮਨ ਦਾ ਧਿਆਨ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। तनासरी महला पंजवा, घर घर 6 अष्टपदी। तनासरी राग दा नाम है। 6 अष्टपदी। 6 अष्टपदी 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 6 अ
ਔਰ ਮਹੱਲਾ ਪੰਜਵਾਂ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦਾ ਇਹ ਪਾਵਨ ਪਵਿੱਤਰ ਉਪਦੇਸ਼ ਹੈ। ਘਰ ਛੇਵੇਂ ਦੇ ਅੰਦਰ ਮਹਾਰਾਜ ਜੀ ਇਸ ਉਪਦੇਸ਼ ਨੂੰ ਬਖਸ਼ਿਸ਼ ਕਰਨ ਵਾਲੇ ਨੇ। ਅਸ਼ਟਪਦੀ 8 ਪੌੜੀਆਂ ਦਾ ਇਹ ਸ਼ਬਦ ਆਪਾਂ ਨੂੰ ਪ੍ਰਾਪਤ ਹੋਵੇਗਾ। ਇਸ ਕਰਕੇ ਇਸ ਨੂੰ ਅਸ਼ਟਪਦੀ ਲਿਖਿਆ। ਅਸ਼ਟ ਤੋਂ ਭਾਵ ਹੁੰਦਾ 8 ਤੇ ਪਦੀ ਤੋਂ ਇਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਅਕਾਲ ਪੁਰਖ ਨਿਰੰਕਾਰ ਇੱਕ ਹੈ। ਉਹਦੇ ਵਰਗਾ ਦੂਜਾ ਕੋਈ ਨਹੀਂ ਹੈ। ਇੱਕ ਓੰਕਾਰ, ਓੰਕਾਰ ਪਰਮਾਤਮਾ, ਇਹ ਉਹਦਾ ਇੱਕ ਨਾਮ ਹੈ। ਕਿਸੇ ਦਾ ਨਾਮ ਗਲਤ ਲਈਏ ਤੇ ਉਹ ਨਾਰਾਜ਼ ਹੋ ਜਾਂਦਾ, ਗੁੱਸਾ ਕਰ ਜਾਂਦਾ। ਔਰ ਪਰਮਾਤਮਾ ਦਾ ਨਾਮ ਤੇ ਹੈ ਹੀ ਸਤਿਕਾਰਯੋਗ। ਜਿਹੜੇ ਉਹ ਸਤਿਕਾਰਯੋਗ ਪਰਮਾਤਮਾ ਦਾ ਨਾਮ ਪੂਰਾ ਨਹੀਂ ਲੈਂਦੇ, ਅੱਧਾ ਲੈਂਦੇ ਜਾਂ ਅਧੂਰਾ ਲੈਂਦੇ, ਉਹਨਾਂ ਤੇ ਪ੍ਰਸੰਨਤਾ ਕਿਵੇਂ ਹੋਵੇ। ਬਚਨ ਲਿਖਿਆ ਮਹਾਰਾਜ ਨੇ ਓੰਕਾਰ, ਤੇ ਬਹੁਤੇ ਅਸੀਂ ਪੜ੍ਹ ਦਿੰਦੇ ਹਾਂ ਇੱਕ ਮਕਾਰ, ਜਾਂ ਇਹਨੂੰ ਹੋਰ ਕਿਸੇ ਰੂਪ ਦੇ ਵਿੱਚ ਪੜ੍ਹ ਦਿੰਦੇ ਹਾਂ। ਸਾਨੂੰ ਓੰਕਾਰ ਕਹਿਣਾ ਹੀ ਨਹੀਂ ਆਇਆ, ਸਿੱਖਿਆ ਹੀ ਨਹੀਂ ਹੈ। ਊੜੇ ਨੂੰ ਹੋੜਾ, ਐੜੇ ਨੂੰ ਟਿੱਪੀ, ਕੱਕੇ ਨੂੰ ਕੰਨਾਂ ਤੇ ਰਾਰਾ, ਓੰਕਾਰ ਕੋਈ ਬਹੁਤਾ ਔਖਾ ਨਹੀਂ ਹੈ। ਪਰ ਕਦੇ ਯਤਨ ਹੀ ਨਹੀਂ ਕੀਤਾ ਵੀ ਇਸ ਨੂੰ ਸੁੱਧ ਕਰ ਲਈਏ। ਨਾਮ ਪਰਮਾਤਮਾ ਦਾ ਉਹ ਗਲਤ ਲਈ ਜਾਂਦੇ, ਗਲਤ ਪੜ੍ਹੀ ਜਾਂਦੇ। ਕਿਸੇ ਆਮ ਵਿਅਕਤੀ ਦਾ ਨਾਮ ਗਲਤ ਲੈ ਲਈਏ, ਅੱਧਾ ਲੈ ਲਈਏ, ਉਹ ਨਾਰਾਜ਼ ਹੋ ਜਾਂਦਾ। ਪਰਮਾਤਮਾ ਦਾ ਨਾਮ ਤੇ ਹੈ ਹੀ ਗੁਰਮੁਖੋ ਸਤਿਕਾਰਯੋਗ। ਉਸ ਨਾਮ ਨੂੰ ਸਹੀ ਲਿਆ ਕਰ, ਥੋੜ੍ਹਾ ਯਤਨ ਕਰਿਆ ਕਰ ਵੀ ਮੈਂ ਪਰਮੇਸ਼ਰ ਦਾ ਨਾਮ ਸਹੀ ਜਪ ਲਵਾਂ। ਸਤਿਗੁਰ ਪ੍ਰਸਾਦ, ਐਸੇ ਗੁਰੂ ਦੀ ਪ੍ਰਾਪਤੀ, ਐਸੇ ਪ੍ਰਮਾਤਮਾ ਦੀ ਪ੍ਰਾਪਤੀ ਜੋ ਹੈ ਐਸੇ ਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਜੋ ਜੋ ਜੁਨੀ ਆਇਓ ਤੇ ਤੇ ਉਰਜਾਇਓ। ਸਤਿਗੁਰੂ ਬਖਸ਼ਿਸ਼ ਕਰਦੇ, ਜਿਹੜਾ ਜਿਹੜਾ ਜਿਸ ਜਿਸ ਜਨਮ ਦੇ ਵਿੱਚ ਆਇਆ, ਉਸ ਜਨਮ ਦੇ ਵਿੱਚ ਆ ਕੇ ਉਹ ਉਲਝ ਗਿਆ, ਉਹ ਫਸ ਗਿਆ, ਉਸ ਜਨਮ ਨੂੰ ਛੱਡਣਾ ਹੀ ਨਹੀਂ ਚਾਹੁੰਦਾ। ਮੰਨ ਲਓ ਸੱਪ ਹੈ ਨਾ, ਆਪਾਂ ਆਖਦੇ ਵੀ ਸੱਪ ਇੱਕ ਟੇਢੀ ਜੂਨ ਹੈ, ਵੀ ਪੇਟ ਦੇ ਪਰਨੇ, ਢਿੱਡ ਦੇ ਪਰਨੇ ਰੀਂਘਦਾ ਰਹਿੰਦਾ ਸਾਰੀ ਉਮਰ, ਆਪਣੀ ਜ਼ਹਿਰ ਨਾਲ ਤੜਫਦਾ ਰਹਿੰਦਾ ਸਾਰੀ ਉਮਰ। ਪਰ ਜੇ ਸੱਪ ਨੂੰ ਮਾਰਨ ਦਾ ਯਤਨ ਕਰੋ, ਉਹਦੀ ਪੂਛ 'ਤੇ ਪੈਰ ਰੱਖੋ, ਤੇ ਉਹ ਵੀ ਅੱਗੋਂ ਲੜਾਈ ਕਰਦਾ, ਉਹ ਵੀ ਅੱਗੋਂ ਆਪਣਾ ਬਚਾਅ ਕਰਦਾ, ਕਿਉਂਕਿ ਉਹਨੂੰ ਉਹ ਜਨਮ ਪਿਆਰਾ ਲੱਗਣ ਲੱਗ ਪਿਆ ਹੈ। ਉਹ ਉਸ ਜਨਮ ਦੇ ਮੋਹ ਦੇ ਵਿੱਚ ਫਸ ਚੁੱਕਿਆ ਹੈ। ਇਕੱਲੀ ਸੱਪ ਦੀ ਗੱਲ ਨਹੀਂ ਹੈ, ਜਿੰਨੀਆਂ ਵੀ ਜੂਨਾਂ ਨੇ, ਭਾਵੇਂ ਉਹ ਪਸ਼ੂ ਨੇ, ਭਾਵੇਂ ਪੰਛੀ ਨੇ, ਹਰੇਕ ਜੂਨ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰਦੀ ਹੈ ਤੇ ਦੂਜੇ 'ਤੇ ਹਮਲਾ ਕਰਨ ਦਾ ਯਤਨ ਕਰਦੀ ਹੈ। ਆਪਾਂ ਵੇਖਿਆ ਨਾ, ਜਦੋਂ ਪੰਛੀ ਲੜਦੇ ਆਪਸ ਵਿੱਚ, ਚਿੜੀਆਂ ਲੜਦੀਆਂ, ਕਾਂ ਲੜਦੇ, ਕਬੂਤਰ ਲੜਦੇ, ਇੱਕ ਦੂਜੇ 'ਤੇ ਹਮਲਾ ਕਰਦੇ, ਆਪਣੇ ਆਪ ਨੂੰ ਬਚਾਉਂਦੇ। ਪਸ਼ੂ ਲੜਦੇ ਨੇ, ਮੱਝਾਂ ਗਾਵਾਂ ਘੋੜੇ ਹਾਥੀ ਲੜਦੇ ਇੱਕ ਦੂਜੇ ਦੇ ਨਾਲ, ਆਪਣੇ ਆਪ ਨੂੰ ਬਚਾਉਂਦੇ, ਦੂਜੇ ਨੂੰ ਮਾਰਦੇ। ਜਨਮ ਕੋਈ ਵੀ ਹੈ, ਹਰੇਕ ਜਨਮ ਵਿੱਚ ਜਿਹੜਾ ਆਇਆ ਹੋਇਆ ਉਹਨੂੰ ਆਪਣਾ ਹੀ ਜਨਮ ਪਿਆਰਾ ਹੈ, ਉਹਨੂੰ ਛੱਡਣਾ ਨਹੀਂ ਉਹ ਚਾਹੁੰਦਾ, ਉਹਨੂੰ ਗਵਾਉਣਾ ਨਹੀਂ ਚਾਹੁੰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੋ ਜੋ ਜੂਨੀ ਆਇਓ, ਜਿਹੜਾ ਜਿਹੜਾ ਵੀ ਜਿਸ ਜਿਸ ਜਨਮ ਦੇ ਵਿੱਚ ਆਇਆ ਹੈ, ਜਿਹੜੀ ਜਿਹੜੀ ਆਤਮਾ ਜਿਸ ਜਨਮ ਦੇ ਵਿੱਚ ਆਈ ਹੈ, ਤੇਹ ਤੇਹ ਉਰਝਾਇਓ। ਬੰਦਾ ਉੱਥੇ ਹੀ ਉਲਝ ਗਿਆ, ਉਹਦੇ ਵਿੱਚ ਹੀ ਫਸ ਗਿਆ, ਉਹਨੂੰ ਛੱਡ ਕੇ ਅੱਗੇ ਨਿਕਲਣਾ ਹੀ ਨਹੀਂ ਚਾਹੁੰਦਾ, ਉਸ ਜਨਮ ਨੂੰ ਛੱਡਣਾ ਨਹੀਂ ਚਾਹੁੰਦਾ ਹੈ, ਉਸ ਜਨਮ ਦੇ ਵਿੱਚੋਂ ਬਾਹਰ ਨਹੀਂ ਨਿਕਲਣਾ ਚਾਹੁੰਦਾ। ਉਸੇ ਜਨਮ ਦੇ ਮੋਹ ਦੇ ਵਿੱਚ, ਉਸੇ ਜਨਮ ਦੇ ਕਰਮਾਂ ਦੇ ਵਿੱਚ ਫਸ ਗਿਆ ਹੈ।
ਮਾਨਸ ਜਨਮ ਸੰਜੋਗ ਪਰ ਪਾਇਆ। ਇਹ ਜਿਹੜਾ ਮਨੁੱਖਾ ਜਨਮ ਗੁਰਮੁਖੋਂ ਮਿਲਿਆ ਨਾ, ਜਿਹਦੇ ਚ ਆਪਾਂ ਆ ਕੇ ਬੈਠੇ ਆ, ਜਿਹੜਾ ਸਾਨੂੰ ਮਿਲਿਆ ਇਹ ਸਰੀਰ, ਮਹਾਰਾਜ ਕਹਿਣ ਲੱਗੇ ਇਹ ਸਰੀਰ ਤੈਨੂੰ ਤਾਂ ਮਿਲਿਆ ਹੈ ਸੰਯੋਗ ਪਾਇਆ, ਤੇਰੇ ਚੰਗੇ ਕਰਮਾਂ ਦੇ ਸੰਯੋਗ ਕਰਕੇ ਇਹ ਤੈਨੂੰ ਮਨੁੱਖਾ ਜਨਮ ਮਿਲਿਆ। ਤੂੰ ਬਹੁਤੇ ਚੰਗੇ ਕਰਮ ਪਿਛਲੇ ਜਨਮਾਂ ਵਿੱਚ ਕੀਤੇ, ਉਹ ਕਰਮ ਇਕੱਠੇ ਹੋ ਗਏ, ਤੇ ਇਕੱਠੇ ਹੋਏ ਕਰਮਾਂ ਨੂੰ ਆਖਿਆ ਜਾਂਦਾ ਸੰਚਿਤ ਕਰਮ, ਇਕੱਠੇ ਕੀਤੇ ਕਰਮ। ਸੰਚਿਤ ਤੋਂ ਭਾਵ ਇਕੱਠੇ ਕਰਨਾ, ਜੋੜ ਲੈਣਾ। ਜਦੋਂ ਉਹ ਕਰਮ ਤੇਰੇ ਜੁੜ ਗਿਆ ਫਿਰ ਤੈਨੂੰ ਫਲ ਦਿੰਦੇ। ਬਹੁਤੇ ਚੰਗੇ ਕਰਮ ਜੋੜ ਲੈ ਤੇ ਮਨੁੱਖਾ ਜਨਮ ਰੂਪੀ ਇਹ ਫਲ ਮਿਲਿਆ ਸਾਨੂੰ, ਜਿਹੜਾ ਅਸੀਂ ਛਕਦੇ ਪਏ ਹਾਂ, ਮਨੁੱਖਾ ਜਨਮ। ਤੇ ਜਿੱਦਣ ਸਾਡਾ ਉਹ ਫਲ ਮੁੱਕ ਗਿਆ ਉਸ ਦਿਨ ਸਾਨੂੰ ਇਹ ਸਰੀਰ ਛੱਡਣਾ ਪਵੇਗਾ। ਜਿਵੇਂ ਅਸੀਂ ਅੱਜ ਕੱਲ੍ਹ ਮੋਬਾਈਲ ਵਰਤਦੇ ਆ ਨਾ, ਟੈਲੀਵਿਜ਼ਨ ਵਰਤਦੇ ਆ, ਪੈਕ ਪਵਾਉਣਾ ਪੈਂਦਾ। ਜਿੰਨਾ ਚਿਰ ਪੈਕ ਹੈ, ਪੈਸੇ ਨੇ, ਵੈਲਿਡਿਟੀ ਹੈ, ਉਹਨਾਂ ਚਿਰ ਹੀ ਚੱਲਦਾ, ਫਿਰ ਉਹ ਬੰਦ ਹੋ ਜਾਂਦਾ। ਇਸੇ ਤਰ੍ਹਾਂ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਨਾ, ਇਹ ਤੈਨੂੰ ਇੱਕ ਪਰਮਾਤਮਾ ਵੱਲੋਂ ਪੈਕੇਜ ਹੀ ਮਿਲਿਆ ਹੋਇਆ। ਜਿੰਨਾ ਚਿਰ ਤੇਰੇ ਚੰਗੇ ਕਰਮ ਇਕੱਠੇ ਕੀਤੇ ਨੇ ਉਹਨਾਂ ਚਿਰ ਛਕੇਗਾ। ਚੰਗੀ ਨੌਕਰੀ ਵੀ ਮਿਲ ਸਕਦੀ ਹੈ, ਚੰਗੇ ਦੇਸ਼ ਵਿੱਚ ਯਾਤਰਾ ਵੀ ਹੋ ਸਕਦੀ ਹੈ, ਸਰੀਰ ਤੇਰਾ ਨਵਾਂ ਨਰੋਇਆ ਹੋ ਸਕਦਾ। ਕਰਮਾਂ ਦੀ ਦਾਤ ਹੈ। ਜਿਵੇਂ ਜਿਵੇਂ ਉਹ ਕਰਮ ਖਤਮ ਹੁੰਦੇ ਗਏ ਉਵੇਂ ਉਵੇਂ ਉਮਰਾਂ ਵੀ ਘਟਦੀ ਹੈ, ਉਵੇਂ ਉਵੇਂ ਸੁੱਖ ਵੀ ਘਟਦੇ, ਉਵੇਂ ਉਵੇਂ ਟੈਨਸ਼ਨ ਬਿਪਤਾ ਅੱਗੇ ਅੱਗੇ ਵੱਧਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਨਸ ਜਨਮ ਸੰਜੋਗ ਪਾਇਆ। ਇਹ ਜਿਹੜਾ ਮਨੁੱਖਾ ਜਨਮ ਨੂੰ ਤੂੰ ਐਵੇਂ ਸਮਝਿਆ ਹੋਇਆ ਨਾ ਵੀ ਕੋਈ ਗੱਲਬਾਤ ਹੀ ਨਹੀਂ ਹੈ, ਜਿੱਥੇ ਮਰਜ਼ੀ ਖਲੋਤਾ ਗੱਪਾਂ ਮਾਰੀ ਜਾਂਦਾ, ਜਿੱਥੇ ਮਰਜ਼ੀ ਖਲੋਤਾ ਕੁਕਰਮ ਕਰੀ ਜਾਂਦਾ, ਜਿੱਥੇ ਮਰਜ਼ੀ ਖਲੋਤਾ ਰਿਸ਼ਵਤਾਂ ਲਈ ਜਾਂਦਾ। ਇਸ ਜਨਮ ਦੀ ਕਦਰ ਨਹੀਂ ਕਰਦਾ। ਇਹ ਜਨਮ ਤੈਨੂੰ ਪਿਛਲੇ ਚੰਗੇ ਕਰਮਾਂ ਦੇ ਸੰਯੋਗ ਕਰਕੇ ਮਿਲਿਆ, ਪਰ ਜੇ ਇਸ ਜਨਮ ਦੇ ਵਿੱਚ ਨਾਮ ਨਹੀਂ ਨਾ ਜਪ ਸਕਿਆ ਤੇ ਫਿਰ ਅੱਗੇ 84 ਲੱਖ ਜੂਨਾਂ ਜਿਨ੍ਹਾਂ ਦੀ ਆਪਾਂ ਹੁਣੇ ਬਾਬਤ ਬਚਨ ਸੁਣੇ ਨੇ, ਕੋਈ ਸੱਪ ਬਣ ਜਾਂਦਾ ਹੈ, ਕੋਈ ਪਸ਼ੂ ਪੰਛੀ ਬਣ ਜਾਵੇਗਾ, ਉਹ ਜਨਮਾਂ ਦਾ ਫਿਰ ਹਿਸਾਬ ਕਿਤਾਬ ਕੋਈ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਨਾ ਸੋਚੀ ਵੀ ਮੈਂ ਕਿਸੇ ਹੋਰ ਜਨਮ ਵਿੱਚ ਚਲੇ ਜਾਵਾਂਗਾ ਤੇ ਉੱਥੇ ਜਾ ਕੇ ਮੈਂ ਬੰਦਗੀ ਕਰ ਲਵਾਂਗਾ, ਰੱਬ ਨੂੰ ਮਿਲ ਲਵਾਂਗਾ। ਨਹੀਂ, ਜਿਹੜੇ ਜਨਮ ਵਿੱਚ ਜਾਏਗਾ ਉਸ ਜਨਮ ਦੇ ਮੋਹ ਵਿੱਚ ਹੀ ਫਸ ਜਾਏਗਾ, ਉੱਥੋਂ ਨਿਕਲਿਆ ਹੀ ਨਹੀਂ ਜਾਣਾ ਹੈ। ਮੰਨ ਲਓ ਸੂਰ ਦਾ ਜਨਮ ਮਿਲਿਆ ਤੇ ਸੂਰ ਦਾ ਕੰਮ ਹੈ ਗੰਦਗੀ ਖਾਣਾ, ਨਾਲੀਆਂ ਵਿੱਚੋਂ, ਗਟਰ ਦੇ ਵਿੱਚੋਂ, ਗੰਦੀਆਂ ਥਾਵਾਂ ਤੋਂ ਗੰਦਗੀ ਖਾਣੀ। ਆਪਾਂ ਵੇਖ ਕੇ ਨੱਕ ਚੜਾਉਂਦੇ ਆ, ਮਾੜਾ ਸਮਝਦੇ, ਨਫ਼ਰਤ ਕਰਦੇ, ਪਰ ਸੂਰ ਨੂੰ ਉਹੀ ਜਨਮ ਪਿਆਰਾ ਲੱਗਦਾ, ਉਹ ਗੰਦਗੀ ਖਾਣ ਵਾਲਾ। ਸੂਰ ਨੂੰ ਮਾਰਨ ਦਾ ਯਤਨ ਕਰ, ਉਹ ਆਪਣਾ ਬਚਾਅ ਕਰਦਾ, ਕਿਉਂਕਿ ਉਸ ਜੂਨੀ ਦੇ ਮੋਹ ਵਿੱਚ ਉਹ ਫਸ ਗਿਆ ਹੈ, ਉਹਨੂੰ ਗੰਦਗੀ ਖਾਣੀ ਚੰਗੀ ਲੱਗਦੀ ਪਈ ਹੈ। ਗੰਦਗੀ ਦਾ ਕੀੜਾ ਨਾ, ਗਟਰ ਦਾ ਕੀੜਾ, ਗੰਦਾ, ਗੰਦਗੀ ਵਿੱਚ ਰਹਿਣ ਵਾਲਾ, ਵਿਸ਼ਟਾ ਖਾਣ ਵਾਲਾ, ਉਹਦਾ ਸੁਭਾਅ ਹੀ ਬਣ ਗਿਆ ਵੀ ਮੈਂ ਇਸ ਜਨਮ ਦੇ ਵਿੱਚ ਇਹ ਗੰਦਗੀ ਖਾਣੀ ਹੈ। ਉਹਨੂੰ ਮਾਰਨ ਦਾ ਜਾਂ ਬਾਹਰ ਕੱਢਣ ਦਾ ਯਤਨ ਕਰ, ਉਹ ਭੱਜ ਕੇ ਉਸੇ ਪਾਸੇ ਹੀ ਜਾਏਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਜਨਮ ਦੇ ਵਿੱਚ ਆਉਂਦਾ ਹੈ ਉਸ ਜਨਮ ਦੇ ਮੋਹ ਵਿੱਚ ਇਹੋ ਜਿਹਾ ਪੈਂਦਾ ਹੈ, ਇਹਨੂੰ ਉਹ ਜਨਮ ਹੀ ਚੰਗਾ ਲੱਗਣ ਲੱਗ ਪੈਂਦਾ ਹੈ। ਤੈਨੂੰ ਮਨੁੱਖਾ ਜਨਮ ਪਿਛਲੇ ਕਰਮਾਂ ਦੇ ਸੰਯੋਗ ਕਰਕੇ ਮਿਲਿਆ, ਇਸ ਜਨਮ ਨੂੰ ਐਵੇਂ ਨਾ ਗਵਾ। ਇਸ ਜਨਮ ਦੇ ਵਿੱਚ ਬੰਦਗੀ ਕਰਿਆ ਕਰ। ਤਾਂ ਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ। ਤਾਂ ਕੀ ਹੈ ਓਟ ਸਾਧ, ਜਿਨ੍ਹਾਂ ਨੇ ਸਾਧੂਆਂ ਦੀ ਸ਼ਰਨ ਤੱਕੀ ਹੈ। ਸਾਧ ਕੌਣ ਨੇ? ਸਾਧ ਰੂਪ ਆਪਣਾ ਤਨ ਧਾਰਿਆ। ਇਹ ਬਚਨ ਹੈ ਮਹਾਰਾਜ ਦੀ ਗੁਰਬਾਣੀ ਦਾ। ਸਾਧ ਨੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ, ਜਿਨ੍ਹਾਂ ਨੇ ਇਹ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਸਾਡੇ ਭਲੇ ਵਾਸਤੇ ਦੁਨੀਆ ਤੇ ਆਏ। ਤਾਂ ਕੀ ਹੈ ਓਟ ਸਾਧ, ਜਿਨ੍ਹਾਂ ਨੇ ਸਾਧੂ ਸਰੂਪ ਗੁਰੂ ਦੀ ਓਟ ਤੱਕੀ ਹੈ। ਤੇ ਪਾਤਸ਼ਾਹ ਫਰਮਾਉਂਦੇ ਹਨ ਰੱਖੋ ਦੇ ਕਰ ਹਾਥ। ਸਤਿਗੁਰਾਂ ਦੇ ਅੱਗੇ ਬੇਨਤੀ ਕਰ, ਮਹਾਰਾਜ ਮੈਨੂੰ ਹੱਥ ਦੇ ਕੇ ਆਪ ਜੀ ਰੱਖ ਲਓ, ਤੁਸੀਂ ਮੈਨੂੰ ਮੁਆਫ ਕਰਵਾ ਦਿਓ ਜਾਂ ਕਰ ਦਿਓ, ਤੁਸੀਂ ਮੈਨੂੰ ਹੱਥ ਦੇ ਕੇ ਰੱਖ ਲਓ ਤਾਂ ਮੈਂ ਰੱਖਿਆ ਜਾ ਸਕਦਾ, ਨਹੀਂ ਤੇ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਹੈ। ਕਰ ਕਿਰਪਾ ਮੇਲੋ ਹਰ ਰਾਇਆ। ਇਸ ਕਰਕੇ
हे ਸਤਿਗੁਰੂ ਕਿਰਪਾ ਕਰੋ, ਜੋ ਹਰੀ ਰਾਜਾ ਸਰੂਪ ਹੈ ਨਾ, ਮੈਨੂੰ ਉਹਦੇ ਨਾਲ ਆਪ ਜੀ ਮਿਲਾ ਦਿਓ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ, ਹੇ ਹਰੀ ਹਰ ਪਰਮੇਸ਼ਰ, ਸਾਡੇ ਤੇ ਕਿਰਪਾ ਕਰ, ਸਾਨੂੰ ਪੂਰਾ ਗੁਰੂ ਮਿਲ ਜਾਵੇ। ਤੇ ਜਦੋਂ ਪੂਰੇ ਗੁਰੂ ਨੂੰ ਮਿਲ ਜਾਂਦਾ, ਫਿਰ ਪੂਰੇ ਗੁਰੂ ਦੇ ਅੱਗੇ ਅਰਦਾਸ ਕਰ ਵੀ, ਐ ਗੁਰੂ ਜੀ, ਮੈਨੂੰ ਨਾਮ ਦੀ ਖੈਰਾਤ ਮੇਰੀ ਝੋਲੀ ਪਾ ਦਿਓ, ਕਰ ਕਿਰਪਾ ਮੇਲੋ ਹਰ ਰਾਇਆ, ਮੈਨੂੰ ਹਰੀ ਸਰੂਪ ਪਰਮਾਤਮਾ ਦੀ ਪ੍ਰਾਪਤੀ ਹੋ ਜਾਣਾ ਕਰੇ। ਅਨੇਕ ਜਨਮ ਭ੍ਰਮ ਥਿਤ ਨਹੀਂ ਪਾਈ। ਅਨੇਕ ਜਨਮਾਂ ਦੇ ਵਿੱਚ ਅਸੀਂ ਗੇੜੇ ਕੱਢੇ ਨੇ, ਕੋਈ ਇਹ ਨਾ ਸਮਝ ਲਵੇ ਕਿ ਮੈਨੂੰ ਇਹ ਮਨੁੱਖਾ ਸਰੀਰ ਪ੍ਰਾਪਤ ਹੋਇਆ ਤੇ ਸਿੱਧਾ ਪਰਮਾਤਮਾ ਤੋਂ ਮੈਂ ਇਸੇ ਜਨਮ ਵਿੱਚ ਹੀ ਆਇਆ, ਮੈਂ ਲੜਕੀ ਜਾਂ ਲੜਕਾ ਬਣ ਕੇ ਪੈਦਾ ਹੋਇਆ, ਮੈਂ ਇਸਤਰੀ ਜਾਂ ਮਰਦ ਬਣ ਕੇ ਪੈਦਾ ਹੋਇਆ, ਇਹ ਨਾ ਕੋਈ ਸਮਝ ਲਵੇ। ਇਹਦੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਜਨਮ ਅਸੀਂ ਲੈ ਕੇ ਆਏ ਹਾਂ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਪੰਖੀ ਸਰਪ ਹੋਇਓ। ਇਹ ਬਚਨ ਨੇ ਮਹਾਰਾਜ ਜੀਆਂ ਦੇ, ਕੇਤੇ ਮਾਤ ਪਿਤਾ ਸੋਤ ਧੀਆ, ਕੇਤੇ ਗੁਰ ਚੇਲੇ ਫੁਨ ਹੂਆ। ਇਹ ਬਚਨ ਨੇ, ਗੁਰਬਾਣੀ ਦੇ ਪ੍ਰਮਾਣ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਅਨੇਕ ਜਨਮਾਂ ਵਿੱਚ ਤੂੰ ਭਰਮਿਆ ਹੈ, ਥਿਤ ਨਹੀਂ ਪਾਈ, ਕਿਤੇ ਵੀ ਟਿਕਾ ਨਹੀਂ ਮਿਲਿਆ, ਕਿਤੇ ਖਲੋਣਾ ਨਹੀਂ ਮਿਲਿਆ। ਭੀੜ ਦੇ ਵਿੱਚ ਧੱਕੇ ਹੀ ਮਿਲਦੇ ਨੇ, ਭੀੜ ਵਿੱਚ ਟਿਕਾਣਾ ਨਹੀਂ ਮਿਲਦਾ। ਟਿਕਾਣਾ ਲੈਣਾ ਤੇ ਭੀੜ ਤੋਂ ਬਾਹਰ ਨਿਕਲਣਾ ਪਵੇਗਾ। ਜਨਮਾਂ ਦੀ ਭੀੜ ਦੇ ਵਿੱਚ ਧੱਕੇ ਹੀ ਪੈਂਦੇ, ਟਿਕਾਣਾ ਮਿਲਿਆ ਹੀ ਨਹੀਂ। ਇੱਕ ਜਨਮ ਤੋਂ ਦੂਜਾ, ਦੂਜੇ ਤੋਂ ਤੀਜਾ, ਤੀਜੇ ਤੋਂ ਚੌਥਾ, ਪਤਾ ਨਹੀਂ ਕਿੰਨੇ ਜਨਮਾਂ ਵਿੱਚ ਭਰਮੇ ਆ, ਕਿਤੇ ਵੀ ਥਿਤ ਕਹੀਏ ਟਿਕਾ ਨਹੀਂ ਮਿਲਿਆ, ਕਿਤੇ ਵੀ ਰੁਕ ਨਹੀਂ ਸਕੇ। ਹਾਂ ਕਰੋ ਸੇਵਾ ਗੁਰ ਲਾਗੋ ਚਰਨ, ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਕਹਿਣ ਲੱਗੇ, ਜਿਹੜੇ ਗੋਬਿੰਦ ਦੇ ਚਰਨ ਨੇ ਨਾ ਪ੍ਰਮਾਤਮਾ ਦੇ, ਉਹਨਾਂ ਚਰਨਾਂ ਦੇ ਨਾਲ ਮਿਲ ਕੇ ਗੁਰੂ ਦੇ ਅੱਗੇ ਅਰਦਾਸ ਕਰ, ਸਤਿਗੁਰੂ ਜੀ ਮੈਨੂੰ ਆਪਣੀ ਸੇਵਾ ਦੱਸੋ, ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ। ਤੇ ਗੁਰ ਕਹਿਆ ਸਾਕਾਰ ਕਮਾਵੋ। ਜਦੋਂ ਗੁਰੂ ਪਾਤਸ਼ਾਹ ਫਿਰ ਸੇਵਾ ਦੱਸਦੇ ਨਾ ਵੀ ਆਹ ਸਿੱਖਾ ਸੇਵਾ ਕਰ, ਫਿਰ ਉਸ ਸੇਵਾ ਨੂੰ ਕਰਿਆ ਕਰ। ਤੇ ਸੇਵਾ ਕਰਕੇ ਫਿਰ ਬੇਨਤੀ ਕਰ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਸਤਿਗੁਰੂ ਮੇਰੇ ਤੇ ਰਹਿਮਤ ਕਰੋ, ਮੈਨੂੰ ਗੋਬਿੰਦ ਪਰਮਾਤਮਾ ਦਾ ਰਾਹ ਵਿਖਾ ਦਿਓ, ਮੈਂ ਉਹ ਰਾਹ ਤੇ ਚੱਲ ਪਵਾਂ। ਗੁਰਮੁਖੋ, ਜਿੰਨਾ ਚਿਰ ਰਸਤੇ ਦਾ ਪਤਾ ਹੀ ਨਹੀਂ ਹੋਵੇਗਾ, ਮੰਜ਼ਿਲ ਤੇ ਕਿਵੇਂ ਪਹੁੰਚਾਂਗੇ। ਸਾਨੂੰ ਪਤਾ ਵੀ ਇਹ ਸੜਕ ਅੰਮ੍ਰਿਤਸਰ ਨੂੰ ਜਾਂਦੀ ਹੈ, ਉਹਦੇ ਤੇ ਪੈ ਜਾਵਾਂਗੇ, ਉੱਥੇ ਪਹੁੰਚਾਂਗੇ। ਦਿੱਲੀ ਨੂੰ ਜਾਂਦੀ ਹੈ, ਉਹਦੇ ਤੇ ਪਵਾਂਗੇ ਤੇ ਪਹੁੰਚ ਜਾਵਾਂਗੇ। ਹੁਣ ਸੜਕ ਜਾਂਦੀ ਹੈ ਹੋਰ ਕਿਸੇ ਪਾਸੇ ਨੂੰ, ਤਾਂ ਆਪਾਂ ਉਹ ਸੜਕ ਤੇ ਦਿੱਲੀ ਲੱਭਦੇ ਫਿਰੀਏ ਤੇ ਲੱਭੇਗਾ ਤੇ ਨਹੀਂ ਨਾ। ਪਹਿਲਾਂ ਸਹੀ ਰਸਤਾ ਲੱਭਣਾ ਪਵੇਗਾ ਵੀ ਰਸਤਾ ਮੈਨੂੰ ਕਿਹੜਾ ਲੈ ਕੇ ਮੰਜ਼ਿਲ ਤੇ ਜਾਵੇਗਾ। ਤੇ ਰਸਤਾ ਦੱਸਣਾ ਗੁਰੂ ਨੇ। ਗੁਰੂ ਨੂੰ ਆ ਕੇ ਪੁੱਛ, ਮਹਾਰਾਜ ਮੇਰੇ ਤੇ ਰਹਿਮਤ ਕਰੋ, ਮੈਨੂੰ ਪਰਮਾਤਮਾ ਦੇ ਘਰ ਨੂੰ ਜਾਣ ਦਾ ਰਸਤਾ ਆਪ ਜੀ ਬਤਾ ਦਿਓ, ਰਾਹ ਦੱਸ ਦਿਓ, ਤਾਂ ਕਿ ਮੈਂ ਉਹਦੇ ਤੇ ਚੱਲ ਕੇ ਉਹਦੀ ਪ੍ਰਾਪਤੀ ਕਰ ਸਕਾਂ। ਅਨੇਕ ਪਾਪ ਕਰੋ ਮਾਇਆ ਕੋ ਬਚਿਤ ਧਰੋ। ਮੈਂ ਉਪਾਅ ਤੇ ਬੜੇ ਕਰਦਾ, ਜਿੰਨੇ ਵੀ ਉਪਾਅ ਕਰਦਾ ਹਾਂ, ਮਾਇਆ ਕੋ ਬਚਿਤ ਧਰੋ। ਉਨੀ ਹੀ ਮਾਇਆ ਜਿਹੜੀ ਹੈ ਨਾ ਮੇਰੇ ਚਿੱਤ ਦੇ ਵਿੱਚ ਕਹੀਏ ਵਿਸ਼ੇਸ਼ ਕਰਕੇ ਵਸੀ ਹੋਈ ਹੈ। ਯਤਨ ਤੇ ਮੈਂ ਕਰਦਾ ਹਾਂ ਕਿ ਮਾਇਆ ਤੋਂ ਛੁਟਕਾਰਾ ਹੋ ਜਾਵੇ, ਮਾਇਆ ਤੋਂ ਛੁੱਟ ਜਾਵਾਂ। ਜਿੰਨੇ ਯਤਨ ਕਰਦਾ ਉਨਾ ਹੀ ਸਗੋਂ ਮਨ ਉਹਦੇ ਵਿੱਚ ਜ਼ਿਆਦਾ ਖੁੱਭਦਾ ਜਾਂਦਾ, ਉਨਾ ਹੀ ਮਨ ਉਹਦੇ ਵਿੱਚ ਜ਼ਿਆਦਾ ਫਸਦਾ ਜਾਂਦਾ ਹੈ। ਮੇਰੀ ਮੇਰੀ ਕਰਤ ਸਾਧੀ ਵਿਹਾਵਾ। ਆਹ ਪਦਾਰਥ ਮੇਰਾ ਹੈ, ਆਹ ਘਰ ਮੇਰਾ ਹੈ, ਇਹ ਪਰਿਵਾਰ ਮੇਰਾ ਹੈ, ਇਹ ਗੱਡੀ ਮੇਰੀ ਹੈ। ਸਾਰੀ ਉਮਰ ਇਸ ਤਰ੍ਹਾਂ ਹੀ ਲੰਘ ਗਈ। ਗੁਰਮੁਖੋ ਤੇ ਵੱਡੀਆਂ ਚੀਜ਼ਾਂ ਨੇ, ਮਹਿੰਗੀਆਂ ਬੜੀਆਂ। ਇਹ ਜੀਵ ਤੇ ਆਪਣੇ ਕੱਪੜਿਆਂ ਤੇ ਵੀ ਦਾਵਾ ਕਰ ਦਿੰਦਾ, ਇਹ ਜੁਰਾਬ ਮੇਰੀ ਹੈ, ਕੋਈ ਪਾ ਨਹੀਂ ਸਕਦਾ। ਇਹ ਝੱਗਾ, ਇਹ ਸੂਟ, ਇਹ ਕੱਪੜਾ, ਇਹ ਪੱਗ, ਇਹ ਚੁੰਨੀ, ਇਹ ਮੇਰੀ ਹੈ, ਕੋਈ ਲੈ ਨਹੀਂ ਸਕਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਾਰੀ ਉਮਰ ਮੇਰੀ ਮੇਰੀ ਕਰਦੇ ਆ। ਆਹ ਕੱਪੜਾ ਮੇਰਾ ਹੈ, ਆਹ ਕਮਰਾ ਮੇਰਾ ਹੈ, ਆਹ ਬੈੱਡ ਮੇਰਾ ਹੈ, ਇਸ ਕੁਰਸੀ ਤੇ ਮੈਂ ਬੈਠਦਾ।
ਆਹ ਸਬਜ਼ੀ ਮੇਰੇ ਪਸੰਦ ਦੀ ਹੈ, ਆਹ ਜੂਸ ਆਹ ਫਰੂਟ ਮੇਰੇ ਪਸੰਦ ਦਾ, ਇਹੋ ਹੀ ਹੋਣਾ ਚਾਹੀਦਾ। ਮੇਰੀ ਮੇਰੀ ਕਰਤੇ, ਮੇਰੀ ਮੇਰੀ ਕਰਦਿਆਂ ਸਾਰੀ ਉਮਰਾਂ ਲੰਘ ਗਈ। ਇੱਥੇ ਹੀ ਬਸ ਨਹੀਂ, ਅਸੀਂ ਤੇ ਜਿਹੜੀਆਂ ਸਾਂਝੀਆਂ ਥਾਵਾਂ ਹੁੰਦੀਆਂ ਨੇ ਉੱਥੇ ਜਾ ਕੇ ਵੀ ਇਹ ਗੱਲ ਕਰਦੇ ਵੀ ਆਹ ਜਗ੍ਹਾ ਮੇਰੀ ਹੈ। ਪਹਿਲੇ ਸਮੇਂ ਵਿੱਚ ਲੋਕ ਬੱਸ ਗੱਡੀ ਤੇ ਜਾਇਆ ਕਰਦੇ ਨੇ, ਬੱਸਾਂ ਦੇ ਵਿੱਚ ਬੜੀ ਭੀੜ ਹੁੰਦੀ, ਸੀਟ ਪਿੱਛੇ ਲੜਾਈਆਂ ਹੁੰਦੀਆਂ, ਸੀਟ ਮੇਰੀ ਹੈ, ਮੈਂ ਮੱਲੀ ਹੈ, ਮੈਂ ਰੋਕੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਰੀ ਉਮਰਾਂ ਦਾਅਵੇ ਕਰਦੇ ਲੰਘ ਗਈ, ਮੇਰੀ ਮੇਰੀ ਕਰਤ ਸਦ ਹੀ ਵਿਹਾਵੈ। ਗੁਰੂ ਆਖਦਾ ਮਾਇਆ ਦਾ ਛੁਟਕਾਰਾ ਕਰ। ਜਿੰਨਾ ਮਾਇਆ ਦਾ ਛੁਟਕਾਰਾ ਕਰਨ ਦਾ ਯਤਨ ਕਰਦਾ, ਮਾਇਆ ਓਨੀ ਮਨ ਵਿੱਚ ਜ਼ਿਆਦਾ ਵਸਦੀ ਪਈ ਹੈ, ਮਨ ਓਨਾ ਹੀ ਮਾਇਆ ਵਿੱਚ ਜ਼ਿਆਦਾ ਖੁੱਭਦਾ ਪਿਆ ਹੈ। ਸਾਰੀ ਉਮਰ ਮੇਰੀ ਮੇਰੀ ਕਰਦਿਆਂ ਲੰਘ ਜਾਂਦੀ ਹੈ। ਗੁਰਮੁਖੋ ਇਹ ਬਚਨ ਸੱਚੇ ਨੇ, ਸਾਡੇ ਨਾਲ ਇਸੇ ਤਰ੍ਹਾਂ ਹੀ ਹੁੰਦਾ। ਮੇਰੀ ਮੇਰੀ ਕਰਤੇ ਜਨਮ ਗਇਓ। ਬਚਪਨ ਵਿੱਚ ਆਖਿਆ ਆਹ ਚੀਜ਼ ਮੇਰੀ ਹੈ, ਬਚਪਨ ਲੰਘ ਗਿਆ। ਜਵਾਨੀ ਵਿੱਚ ਆਖਿਆ ਆਹ ਚੀਜ਼ ਮੇਰੀ ਹੈ, ਜਵਾਨੀ ਵੀ ਲੰਘ ਗਈ। ਬੁਢੇਪੇ ਵਿੱਚ ਵੀ ਦਾਅਵਾ ਕਰਦਾ ਵੀ ਆਹ ਵਸਤੂ ਮੇਰੀ ਹੈ। ਦਾਅਵੇ ਕਰਦਿਆਂ ਮੇਰੀ ਮੇਰੀ ਕਰਦਿਆਂ ਉਮਰਾਂ ਚਲੇਗੀ, ਜਨਮ ਚਲੇ ਜਾਂਦਾ ਹੈ। ਕੋਈ ਐਸੋ ਰੇ ਭੇਟੇ ਸੰਤ, ਮੇਰੀ ਲਾਹੇ ਸਗਲ ਚਿੰਤ, ਠਾਕਰ ਸਿਓ ਮੇਰਾ ਰੰਗ ਲਾਵਾ। ਗੁਰੂ ਪਾਤਸ਼ਾਹ ਕਹਿਣ ਲੱਗੇ ਕੋਈ ਇਹੋ ਜਿਹਾ ਸੰਤ ਮਿਲ ਜਾਵੇ। ਸੰਤ ਤੋਂ ਭਾਵ ਸਾਧੂ, ਸੰਤ ਤੋਂ ਭਾਵ ਗੁਰੂ। ਕਹਿਣ ਲੱਗੇ ਕੋਈ ਇਹੋ ਜਿਹਾ ਗੁਰੂ ਮਿਲ ਜਾਵੇ, ਕੋਈ ਰੱਬ ਦਾ ਪਿਆਰਾ ਮਿਲ ਜਾਵੇ। ਮੇਰੀ ਲਾਹ ਹੈ ਸਗਲ ਚਿੰਤ, ਜਿਹੜੀ ਮੇਰੇ ਮਨ ਵਿੱਚ ਚਿੰਤਾ ਪਈ ਹੋਈ ਹੈ ਨਾ, ਉਹ ਲਾ ਦੇਵੇ। ਕੋਈ ਐਸੋ ਰੇ, ਇਸ ਤਰ੍ਹਾਂ ਦਾ ਕੋਈ ਹੋਵੇ ਪਰਮਾਤਮਾ ਦਾ ਪਿਆਰਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਠਾਕੁਰ ਸਿਓ ਮੇਰਾ ਰੰਗ ਲਾਵੇ। ਜਿਹੜਾ ਠਾਕੁਰ ਪਰਮਾਤਮਾ ਹੈ ਨਾ, ਉਹਦੇ ਨਾਲ ਰੰਗ ਕਹੀਏ ਮੇਰਾ ਪ੍ਰੇਮ ਲਾ ਦੇਵੇ। ਕੋਈ ਹੈ ਇਹੋ ਜਿਹਾ ਦੁਨੀਆ ਦੇ ਵਿੱਚ ਜਿਹਦਾ ਆਪਣਾ ਪ੍ਰੇਮ ਲੱਗਾ ਲਾਵੇਗਾ ਤੇ ਉਹ ਨਾ। ਕੋਈ ਜਨ ਹਰ ਸਿਓ ਦੇਵੈ ਜੋਰ, ਚਰਨ ਗਹੋਂ ਬਕੋ ਸੁਭ ਰਸਨਾ ਦੀਜੈ ਪ੍ਰਾਣ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਕੋਈ ਇਹੋ ਜਿਹਾ ਮਿਲੇ ਜਿਹੜਾ ਰੱਬ ਦੀ ਗੱਲ ਸਲਾਹ ਸੁਣਾ ਕੇ ਮੈਨੂੰ ਰੱਬ ਨਾਲ ਜੋੜ ਦੇਵੇ। ਜੇ ਉਹ ਚਾਹਵੇ ਤੇ ਮੈਂ ਤੇ ਆਪਣੀ ਜਾਨ ਕੱਢ ਕੇ ਉਹਦੇ ਅੱਗੇ ਰੱਖ ਦੇ, ਆਪਣੇ ਪ੍ਰਾਣ ਦੇਣੇ ਪੈਣ ਤੇ ਪਿੱਛੇ ਨਾ ਹਟਾਂ। ਇਹ ਵੀ ਸੌਦਾ ਮੇਰੇ ਵਾਸਤੇ ਸਸਤਾ ਹੀ ਹੈ। ਕੋਈ ਆਵੇ ਸੰਤੋ, ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹਿ ਮਾਰਗ ਦਿਖਲਾਵੇ। ਕੋਈ ਇਹੋ ਜਿਹਾ ਮਿਲੇ ਜਿਹੜਾ ਮੈਨੂੰ ਰੱਬ ਦਾ ਰਾਹ ਵਿਖਾ ਦੇਵੇ। ਠਾਕੁਰ ਸਿਉ ਰੰਗ ਲਾਵੇ, ਜਿਹੜਾ ਠਾਕੁਰ ਪ੍ਰਮਾਤਮਾ ਦੇ ਨਾਲ ਰੰਗ ਕਹੀਏ ਮੇਰਾ ਪ੍ਰੇਮ ਲਾ ਦੇਣਾ ਕਰੇ। ਪੜੇ ਰੇ ਸਗਲ ਭੇਦ, ਨਾ ਚੁਕੈ ਮਨ ਭੇਦ। ਵੇਦ ਤੇ ਪੜ੍ਹ ਲੈ ਨੇ, ਵੇਦ ਤੋਂ ਭਾਵ ਗ੍ਰੰਥ ਤੇ ਪੜ੍ਹ ਲੈ ਨੇ। ਕੋਈ ਕੁਰਾਨ ਪੜ੍ਹਦਾ, ਕੋਈ ਪੁਰਾਨ ਪੜ੍ਹਦਾ, ਕੋਈ ਸਿਮਰਤੀਆਂ ਪੜ੍ਹਦਾ ਪਿਆ, ਕੋਈ ਸ਼ਾਸਤਰ ਪੜ੍ਹਦਾ ਪਿਆ, ਅੰਜੀਲ ਪੜ੍ਹਦਾ ਪਿਆ, ਕੋਈ ਬਾਈਬਲ ਪੜ੍ਹਦਾ ਪਿਆ। ਪੜ੍ਹੇ ਰੇ ਵੇਦ ਗ੍ਰੰਥ ਬੜੇ ਪੜ੍ਹ ਰਹੇ, ਨਹਿ ਚੁਕੈ ਮਨ ਭੇਦ। ਪਰ ਮਨ ਦੇ ਜਿਹੜੇ ਭੇਦ ਸਨ ਉਹ ਚੁੱਕੇ ਖਤਮ ਨਹੀਂ ਹੋਏ। ਮਨ ਵਿੱਚ ਜਿਹੜੇ ਫਰਕ ਪਏ ਹੋਏ ਨੇ ਨਾ, ਈਰਖਾ ਦਾ, ਨਿੰਦਿਆ ਦਾ, ਚੁਗਲੀ ਦਾ, ਉਪਦਰਵ ਦਾ, ਖੋਟੇ ਕਰਮ, ਨਹੀਂ ਚੁੱਕੇ, ਨਹੀਂ ਖਤਮ ਨਹੀਂ ਹੋਏ। ਇੰਨੇ ਗ੍ਰੰਥ ਪੜ੍ਹਨ ਤੋਂ ਬਾਵਜੂਦ ਵੀ ਉਹ ਸਾਰੇ ਉਪਦਰਵ, ਝਗੜੇ, ਕਲੇਸ਼, ਦੁੱਖ ਜਿਹੜੇ ਉਸੇ ਤਰ੍ਹਾਂ ਮਨ ਵਿੱਚ ਬੈਠੇ ਹੋਏ ਹਨ। ਇੱਕ ਖਿਨ ਨਾ ਧੀਰੇ ਮੇਰੇ ਘਰ ਕੇ ਪੰਚਾ। ਜਿਹੜੇ ਮੇਰੇ ਸਰੀਰ ਦੇ ਵਿੱਚ ਜਾਂ ਮੇਰੇ ਹਿਰਦੇ ਦੇ ਵਿੱਚ ਪੰਜ ਵਿਕਾਰ ਨੇ ਨਾ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹ ਇੱਕ ਖਿਣ ਵਾਸਤੇ ਵੀ ਕਿਤੇ ਇਹਨਾਂ ਨੂੰ ਟਿਕਾ ਨਹੀਂ ਆਇਆ। ਗ੍ਰੰਥ ਵੇਖ ਲਓ ਸਾਰੇ ਪੜ੍ਹ ਲੈ। ਵੇਦ ਪੜ੍ਹਨ ਦਾ ਵੱਖਰਾ ਮਹਾਤਮ ਹੈ। ਸਿਮਰਤੀਆਂ, ਸ਼ਾਸਤਰ, ਪੁਰਾਣ, ਕੁਰਾਨ, ਧਾਰਮਿਕ ਗ੍ਰੰਥ ਪੜ੍ਹੇ, ਪੜ੍ਹ ਕੇ ਵਿਦਿਆ ਲੈ ਲਈ ਹੈ। ਪਰ ਇਹ ਸਾਰੇ ਪੜ੍ਹਨ ਦੇ ਬਾਵਜੂਦ ਵੀ ਜਿਹੜੇ ਮਨ ਦੇ ਪੰਜ ਵਿਕਾਰ ਨੇ ਉਹਨਾਂ ਵੱਲੋਂ ਇੱਕ ਖਿਣ ਵਾਸਤੇ ਵੀ ਧੀਰਜ ਨਹੀਂ ਆਇਆ, ਟਿਕਾ ਨਹੀਂ ਆਇਆ, ਲੜਨ ਦਾ ਹੌਸਲਾ ਨਹੀਂ ਬਣਿਆ ਹੈ। ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ। ਇਹੋ ਜਿਹਾ ਭਗਤ ਹੈ ਦੁਨੀਆ ਦੇ ਵਿੱਚ ਜਿਹੜਾ ਮਾਇਆ ਤੋਂ ਨਿਰਲੇਪ ਹੋਵੇ। ਇੱਥੇ ਤੇ ਵੱਡੇ ਵੱਡੇ ਭਗਤ, ਸੰਤ, ਸਾਧੂ ਨਾ ਖਵਾਉਣ ਵਾਲੇ ਮਾਇਆ ਵਿੱਚ ਡੁੱਬੇ ਹੀ ਵੇਖੇ ਦੁਨੀਆ ਨੇ।
ਪਰ ਕੋਈ ਦੁਨੀਆ ਵਿੱਚ ਇਹੋ ਜਿਹਾ ਹੈ ਜਿਹੜਾ ਮਾਇਆ ਤੋਂ ਰਹਿਤ ਹੋਵੇ, ਨਿਰਲੇਪ ਹੋਵੇ। ਭੱਟਾ ਨੇ ਬਚਨ ਆਖੇ, ਰਹਿਓ ਸੰਤ ਹਾਂ ਟੋਲ, ਸਾਧ ਬਹੁ ਤੇਰੇ ਡਿੱਠੇ। ਸੰਨਿਆਸੀ ਤਪਸੀਆ ਮੁਖੋਂ ਏ ਪੰਡਤ ਮਿੱਠੇ। ਬੜੇ ਬੜੇ ਡੇਰੇਦਾਰ ਵੇਖੇ, ਸੰਨਿਆਸੀ ਵੇਖੇ, ਜੋਗੀ ਵੇਖੇ, ਨਾਗੇ ਸਾਧੂ ਵੇਖੇ, ਜੰਗਲਾਂ ਵਿੱਚ ਰਹਿਣ ਵਾਲੇ ਵੇਖੇ, ਕੰਨ ਵਿੱਚ ਬਲੌਰ ਦੀਆਂ ਮੁੰਦਰਾਂ ਪਾਉਣ ਵਾਲੇ ਵੇਖੇ, ਵੱਡੇ ਵੱਡੇ ਪੰਡਤ ਵੇਖ ਲੈ, ਸੰਨਿਆਸੀ ਜੰਗਲਾਂ ਵਿੱਚ ਰਹਿਣ ਵਾਲੇ ਵੀ ਵੇਖ ਲੈ। ਪਰ ਮਹਾਰਾਜ ਕਹਿਣ ਲੱਗੇ ਨਹੀਂ, ਸਾਰੇ ਹੀ ਆਪੋ ਆਪਣਾ ਘਰ ਭਰਨ ਵਾਸਤੇ ਲੱਗੇ ਹੋਏ। ਪਾਤਸ਼ਾਹ ਕਹਿਣ ਲੱਗੇ, ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ। ਕੋਈ ਦੁਨੀਆ ਤੇ ਇਹੋ ਜਿਹਾ ਭਗਤ ਹੈ ਜਿਹੜਾ ਮਾਇਆ ਤੋਂ ਰਹਿਤ ਹੋਵੇ, ਮਾਇਆ ਤੋਂ ਨਿਰਲੇਪ ਹੋਵੇ। ਇੱਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ। ਮੇਰੇ ਅੰਦਰ ਅੰਮ੍ਰਿਤ ਨਾਮ ਵਸਾ ਦੇਵੇ, ਮੇਰੇ ਅੰਦਰ ਅੰਮ੍ਰਿਤ ਨਾਮ ਵਸ ਜਾਵੇ, ਸਿੰਚ ਦੇਵੇ ਮੇਰੇ ਅੰਦਰ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ। ਕੋਈ ਐਸਾ ਭਗਤ ਮਿਲਣਾ ਕਰੇ। ਜੇ ਤੇਰੇ ਤੀਰਥ ਨਾਏ ਅਹੰ ਬੁੱਧ ਮੈਲ ਲਾਏ। ਸਤਿਗੁਰੂ ਬਖਸ਼ਿਸ਼ ਕਰਦੇ, ਤੀਰਥਾਂ ਤੇ ਇਸ਼ਨਾਨ ਤੇ ਬੜੇ ਕੀਤੇ, ਪਰ ਜਿੰਨੇ ਤੀਰਥਾਂ ਦੇ ਇਸ਼ਨਾਨ ਕੀਤੇ ਸਗੋਂ ਅਹੰ ਬੁੱਧ, ਹੰਕਾਰ ਵਾਲੀ ਬੁੱਧੀ ਸਗੋਂ ਉਨੀ ਜ਼ਿਆਦਾ ਹੋ ਗਈ। ਕਿਉਂਕਿ ਤੀਰਥਾਂ ਦੇ ਇਸ਼ਨਾਨ ਕੀਤੇ ਦੁਨੀਆ ਨੂੰ ਵਿਖਾਉਣ ਵਾਸਤੇ, ਤੀਰਥਾਂ ਤੇ ਇਸ਼ਨਾਨ ਕੀਤੇ ਪਾਪ ਨੂੰ ਧੋਣ ਵਾਸਤੇ। ਤੀਰਥਾਂ ਤੇ ਗਿਆ ਪਰ ਮਨ ਦੇ ਵਿੱਚ ਮੈਲ ਹੈ। ਤੀਰਥ ਜਾਏ ਤਾਂ ਹਉ ਹਉ ਕਰਤੇ। ਜਾਂਦਾ ਜ਼ਰੂਰ ਹੈ, ਆਖਦਾ ਮੈਂ ਗਿਆ, ਮੈਂ ਗਿਆ, ਮੈਂ ਫਲਾਣੇ ਨੂੰ ਲੈ ਕੇ ਗਿਆ, ਮੈਂ ਫਲਾਣੇ ਨੂੰ ਦੱਸਿਆ। ਹੰਕਾਰ ਨਹੀਂ ਖਤਮ ਹੁੰਦਾ। ਤੀਰਥਾਂ ਤੇ ਜਾਂਦਾ ਜ਼ਰੂਰ ਹੈ, ਪਰ ਉੱਥੇ ਜਾ ਕੇ ਹੰਕਾਰ ਦੀ ਮੈਲ ਸਗੋਂ ਹੋਰ ਵਧਾ ਕੇ ਲੈ ਕੇ ਆਉਂਦਾ ਹੈ। ਘਰ ਕੋ ਠਾਕਰ ਇੱਕ ਤਿਲ ਨਾ ਮਾਨੈ। ਜਿਹੜਾ ਸਰੂਪ ਰੂਪੀ ਠਾਕੁਰ ਹੈ ਨਾ, ਘਰ ਦਾ ਮਾਲਕ ਪਰਮਾਤਮਾ, ਇਹਨਾਂ ਪਖੰਡ ਵਾਲੇ ਕਰਮਾਂ ਤੇ ਇੱਕ ਤਿਲ ਜਿੰਨਾ ਵੀ ਖੁਸ਼ ਨਹੀਂ ਹੁੰਦਾ। ਕੋਈ ਬੰਦਾ ਸਾਡੇ ਤੇ 100% ਖੁਸ਼ ਨਾ ਹੋਵੇ, 50 ਹੀ ਹੋ ਜਾਵੇ ਤਾਂ ਵੀ ਕੁਝ ਨਾ ਕੁਝ ਲੈ ਡਿੱਗੀਦਾ। 50 ਨਹੀਂ ਤੇ 5-10 ਤੇ ਹੋਣਾ ਹੀ ਚਾਹੀਦਾ ਨਾ, ਫਿਰ ਵੀ ਕੋਈ ਨਾ ਕੋਈ ਰਹਿਮ ਆ ਜਾਂਦਾ। ਪਰ ਮਹਾਰਾਜ ਕਹਿਣ ਲੱਗੇ, ਰੱਬ ਤੇ ਤੇਰੇ ਤੇ ਇੱਕ ਤਿਲ ਜਿੰਨਾ ਵੀ ਖੁਸ਼ ਨਹੀਂ ਹੋਇਆ। ਕਹਿਣ ਤੋਂ ਭਾਵ ਇਹ ਆ ਵੀ ਤੇਰੇ ਤੇ 1% ਵੀ ਉਹ ਖੁਸ਼ ਨਹੀਂ ਹੋਇਆ 100 ਵਿੱਚੋਂ। ਯਾਤਰਾ ਤੇ ਬੜੀ ਕਰ ਆਇਆ, ਤੀਰਥਾਂ ਤੇ ਨਹਾ ਤੇ ਬੜਾ ਆਇਆ, ਤੀਰਥਾਂ ਤੇ ਜਾ ਕੇ ਦੂਜਿਆਂ ਨੂੰ ਮਤਾਂ ਦਿੰਦਾ, ਹੰਕਾਰ ਦੀ ਮੈਲ ਵਧਾਉਂਦਾ ਪਿਆ ਵੀ ਮੇਰੇ ਵਰਗਾ ਇਸ਼ਨਾਨੀ ਕੋਈ ਨਹੀਂ ਹੈ, ਮੇਰੇ ਵਰਗਾ ਯਾਤਰੂ ਕੋਈ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਤੇਰੇ ਇਹਨਾਂ ਕਰਮ ਕਰਨ ਦੇ ਨਾਲ ਦੁਨੀਆ ਨੂੰ ਆਖਦਾ ਮੈਂ ਮੁਕਤ ਹੋ ਜਾਵਾਂਗਾ, ਪਰ ਨਹੀਂ ਉਹ ਭਾਈ ਪਿਆਰਿਆ, ਤੇਰੇ ਤੇ ਪ੍ਰਮਾਤਮਾ ਇੱਕ ਤਿਲ ਜਿੰਨਾ ਵੀ ਖੁਸ਼ ਨਹੀਂ ਹੋਇਆ, 1% ਵੀ ਨਹੀਂ ਹੋਇਆ। ਇਹ ਤੇਰੇ ਕਰਮ ਕੀਤੇ ਨਿਸਫਲ ਚਲੇ ਗਏ ਹਨ। ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ। ਗਿਆਨ ਅੰਜਨ ਮੇਰਾ ਮਨ ਇਸ਼ਨਾਨੈ। ਪਾਤਸ਼ਾਹ ਕਹਿਣ ਲੱਗੇ, ਕਦ ਪਾਵੋ ਸਾਧ ਸੰਗ, ਮੈਨੂੰ ਸਾਧੂਆਂ ਦਾ ਸੰਗਤ, ਗੁਰੂ ਕੀ ਸੰਗਤ ਕਦੋਂ ਮਿਲੇ? ਜੇ ਸੰਗਤ ਵਿੱਚ ਬੈਠ ਕੇ ਹਰ ਹਰ ਸਦਾ ਆਨੰਦ, ਜਿਹਦੇ ਵਿੱਚ ਹਰ ਹਰ ਕੀਤਿਆਂ ਵਾਹਿਗੁਰੂ ਵਾਹਿਗੁਰੂ ਆਖਿਆ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ। ਗਿਆਨ ਅੰਜਨ ਮੇਰਾ ਮਨ ਇਸ਼ਨਾਨੈ। ਮੇਰੇ ਇਹਨਾਂ ਨੇਤਰਾਂ ਦੇ ਵਿੱਚ ਸਤਿਗੁਰੂ ਗਿਆਨ ਦਾ ਸੁਰਮਾ ਬਖਸ਼ਿਸ਼ ਕਰਦੇ ਨੇ। ਇਹ ਜੋ ਮਨ ਤੇ ਬੁੱਧੀ ਦੋ ਨੇਤਰ ਨੇ, ਇਹਨਾਂ ਵਿੱਚ ਗਿਆਨ ਦਾ ਸੁਰਮਾ ਪਾ ਕੇ ਮੇਰਾ ਮਨ ਇਸ਼ਨਾਨੈ। ਮੇਰਾ ਇਹ ਜਿਹੜਾ ਮਨ ਹੈ ਨਾ, ਗੁਰੂ ਦੀ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਪਵਿੱਤਰ ਹੋ ਜਾਣਾ ਕਰੇ। ਸਗਲ ਆਸ਼ਰਮ ਕੀਨੇ ਮਨਵਾਨਾ ਪਤੀਨੇ। ਆਸ਼ਰਮ ਤੋਂ ਭਾਵ ਗੁਰਮੁਖੋਂ 4 ਆਸ਼ਰਮ ਮੰਨੇ ਨੇ। ਸੰਨਿਆਸੀ ਹੈ, ਬਾਨਪ੍ਰਸਤੀ ਹੈ ਅਤੇ ਗ੍ਰਸਤੀ ਹੈ। ਗ੍ਰਸਤੀਆਂ ਵਿੱਚ ਆਪਾਂ ਆ ਜਾਂਦੇ ਹਾਂ, ਜਿੰਨੇ ਵੀ ਪਰਿਵਾਰ ਨੇ ਨਾ, ਵਿਆਹੇ ਹੋਏ ਲੋਕ, ਧੀਆਂ ਪੁੱਤਰਾਂ ਬੱਚਿਆਂ ਵਾਲੇ, ਇਹਨਾਂ ਨੂੰ ਗ੍ਰਸਤੀ ਆਖਿਆ ਜਾਂਦਾ। ਇਹ ਗ੍ਰਸਤੀ ਧਰਮ ਵਾਲਿਆਂ ਨੂੰ ਵੀ ਪ੍ਰਮਾਤਮਾ ਨਹੀਂ ਮਿਲਿਆ। ਜਿਹੜੇ ਕਹਿੰਦੇ ਵੀ ਪਰਿਵਾਰ ਨਹੀਂ ਹੋਣਾ ਚਾਹੀਦਾ, ਸੰਨਿਆਸੀ ਬਣ ਜਾਣਾ ਚਾਹੀਦਾ, ਜੰਗਲ ਵਿੱਚ ਬੈਠ ਜਾਈਏ, ਉਹਨਾਂ ਨੂੰ ਵੀ ਨਹੀਂ ਮਿਲਿਆ। ਜਿਹੜੇ ਬਾਨਪ੍ਰਸਤੀ ਨੇ ਉਹਨਾਂ ਨੂੰ ਵੀ ਨਹੀਂ ਮਿਲਿਆ, ਤੇ ਬ੍ਰਹਮਚਾਰੀਆਂ ਨੂੰ ਵੀ ਨਹੀਂ ਮਿਲਿਆ, ਜਿਹੜੇ ਆਖਦੇ ਵਿਆਹ ਨਹੀਂ ਕਰਾਉਣਾ ਚਾਹੀਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਗਲ ਆਸ਼ਰਮ ਕੀਨੇ। ਆਸ਼ਰਮ ਇਹ 4 ਨੇ, ਸੰਨਿਆਸੀ, ਬਾਨਪ੍ਰਸਤੀ, ਬ੍ਰਹਮਚਾਰੀ ਤੇ ਗ੍ਰਸਤੀ।
ਚਾਰੇ ਆਸ਼ਰਮ ਕਰ ਲੈ, ਕਦੇ ਗ੍ਰਸਤੀ ਬਣ ਗਿਆ, ਕਦੇ ਬ੍ਰਹਮਚਾਰੀ ਬਣ ਗਿਆ, ਕਦੇ ਸੰਨਿਆਸੀ ਬਣ ਗਿਆ, ਕਦੇ ਜੰਗਲਾਂ ਵਿੱਚ ਰਹਿਣ ਵਾਲਾ ਬਣ ਗਿਆ। ਆਸ਼ਰਮ ਚਾਰੇ ਕਰ ਲੈ, ਮਨੂਆ ਨਹਿ ਪਤੀਨੇ, ਪਰ ਮਨ ਨਹੀਂ ਖੁਸ਼ ਹੋਇਆ। ਮਨ ਨੂੰ ਕੋਈ ਵੀ ਗੱਲ ਇਹਨਾਂ ਵਿੱਚ ਚੰਗੀ ਨਹੀਂ ਲੱਗੀ ਹੈ। ਵਿਵੇਕਹੀਨ ਦੇਹੀ ਧੋਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗਿਆਨ ਤੋਂ ਬਿਨਾਂ ਤੇ ਐਵੇਂ ਸਰੀਰ ਹੀ ਧੁੰਦਾ ਰਿਹਾ, ਪਾਣੀ ਪਾ ਪਾ ਕੇ ਜਿੰਨਾ ਮਰਜ਼ੀ ਧੋਈ ਜਾ, ਇਹ ਸਰੀਰ ਵਿੱਚੋਂ ਮੈਲ ਹੀ ਨਿਕਲਣੀ, ਗੰਦ ਹੀ ਨਿਕਲਣਾ। ਸਾਰੀ ਉਮਰ ਧੁੰਦਾ ਹੈ, ਇਹਦੇ ਵਿੱਚੋਂ ਪਸੀਨੇ ਦੀ ਮੈਲ ਨਿਕਲਦੀ ਹੈ, ਇਹਦੇ ਵਿੱਚੋਂ ਬਲਗਮ ਰੇਸ਼ੇ ਦੀ ਮੈਲ ਨਿਕਲਦੀ ਹੈ, ਇਹ ਸਰੀਰ ਦੇ ਵਿੱਚੋਂ ਗਿੱਡ ਤੇ ਮੈਲ ਨਿਕਲਦੀ ਹੈ, ਇਹਦੇ ਸਰੀਰ ਵਿੱਚੋਂ ਮਲ ਤੇ ਮੂਤਰ ਦੀ ਮੈਲ ਨਿਕਲਦੀ ਹੈ। ਧੋਂਦਾ ਸਾਰੀ ਉਮਰ ਰਿਹਾ, ਪਰ ਇਹ ਸਰੀਰ ਵਿੱਚੋਂ ਗੰਦ ਹੀ ਨਿਕਲਦਾ, ਮੈਲ ਹੀ ਨਿਕਲਦੀ ਹੈ। ਕੱਚੀ ਕੰਧ ਹੈ ਨਾ, ਅੱਜ ਕੱਲ੍ਹ ਕੱਚੀਆਂ ਕੰਧਾਂ ਰਹਿ ਨਹੀਂ ਗਈਆਂ, ਪੱਕੀਆਂ ਹੋ ਗਈਆਂ। ਕੱਚੀ ਕੰਧ ਜਾਂ ਕੱਚੀ ਮਿੱਟੀ ਤੇ ਜਿੰਨਾ ਮਰਜ਼ੀ ਪਾਣੀ ਪਾਈ ਚੱਲ, ਜਿੰਨਾ ਚਿਰ ਉਹ ਕੰਧ ਖਲੋਤੀ ਹੈ ਪਾਣੀ ਮੈਲਾ ਹੀ ਆਏਗਾ, ਸਾਫ਼ ਨਹੀਂ ਹੋਏਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖਾ ਬਚਨ ਇਹ ਹੈ ਵੀ ਗਿਆਨ ਤੋਂ ਬਿਨਾਂ ਤੇ ਸਰੀਰ ਹੀ ਕੇਵਲ ਧੋਤਾ ਹੈ, ਮਿਲਿਆ ਕੁਝ ਨਹੀਂ ਹੈ। ਸਰੀਰ ਧੋਣ ਦੇ ਨਾਲ ਮਨ ਨਹੀਂ ਧੋਤਾ ਗਿਆ, ਉਹਦਾ ਕਾਰਨ ਇਹ ਹੈ ਵੀ ਇਹ ਗਿਆਨ ਤੋਂ ਹੀਣਾ ਹੈ। ਕੋਈ ਪਾਈਏ ਰੇ ਪੁਰਖ ਵਿਧਾਤਾ, ਭਾਰ ਬ੍ਰਹਮ ਕੇ ਰੰਗ ਰਾਤਾ। ਪਾਰ ਬ੍ਰਹਮ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਹੋਇਆ ਕੋਈ ਐਸਾ ਸਾਧੂ ਮਿਲ ਜਾਵੇ, ਉਹਦੀ ਕਿਰਪਾ ਦੇ ਨਾਲ ਉਹ ਫਲ ਵਰਦਾਤਾ ਅਕਾਲ ਪੁਰਖ ਮਿਲ ਜਾਣਾ ਕਰੇ। ਮੇਰੇ ਮਨ ਕੀ ਦੁਰਮਤ ਮਲ ਖੋਏ। ਮੇਰੇ ਮਨ ਦੀ ਇਹ ਦੁਰਮਤ ਖੋਤੀ ਮਤ ਜਿਹੜੀ ਹੈ ਨਾ, ਉਸ ਨੂੰ ਖੋਏ ਕਹੀਏ, ਕੋਈ ਨਾਸ ਕਰ ਦੇਵੇ, ਐਸਾ ਕੋਈ ਸਾਧੂ ਮਿਲਣਾ ਕਰੇ। ਕਰਮ ਧਰਮ ਜੁਗਤਾ ਨਿਮਕ ਨਾ ਹੇਤੂ ਕਰਤਾ। ਗੁਰੂ ਪਾਤਸ਼ਾਹ ਕਹਿਣ ਲੱਗੇ ਕਰਮ ਕਰਦਾ ਧਰਮ ਵਾਲੇ, ਜਾਂ ਕਰਮ ਕਰਦਾ ਸ਼ਾਕਾਮ ਕਰਮ। ਸਾਕਾਮ ਤੋਂ ਭਾਵ ਹੁੰਦਾ ਗੁਰਮੁਖੋ ਕਰਦਾ ਤੇ ਰੁਪਈਆ ਦਾਨ ਕਰਦਾ ਪਿਆ, ਪਰ 100 ਦੀ ਇੱਛਾ ਰੱਖੀ ਬੈਠਾ। ਜੋੜਾ ਤੇ ਇੱਕ ਦਾਨ ਕੀਤਾ, ਪਰ 100 ਦੀ ਇੱਛਾ ਰੱਖਦਾ। ਕੋਈ ਕੰਮ ਕਰਦਾ ਪਿਆ ਜ਼ਰੂਰ ਹੈ, ਪਰ ਕਰਨ ਤੋਂ ਪਹਿਲਾਂ ਇੱਛਾ ਬਣੀ ਹੈ ਵੀ ਮੈਨੂੰ ਆਹ ਮਿਲ ਜਾਵੇ, ਉਹਨੂੰ ਕਿਹਾ ਜਾਂਦਾ ਸਾਕਾਮ ਕਰਮ। ਮਹਾਰਾਜ ਕਹਿਣ ਲੱਗੇ ਸ਼ਾਕਾਮ ਕਰਮ ਕੀਤੇ, ਕਈ ਤਰ੍ਹਾਂ ਦੀਆਂ ਧਰਮ ਦੀਆਂ ਜੁਗਤੀਆਂ ਕੀਤੀਆਂ, ਨਿਮਖ ਨਾ ਹੇਤ ਕਰਤਾ, ਪਰ ਇਹ ਮਨ ਜਿਹੜਾ ਨਾ ਇੱਕ ਨਿਮਖ ਜਿੰਨਾ ਵੀ ਪ੍ਰੇਮ ਨਹੀਂ ਧਾਰਦਾ ਹੈ। ਗਰਭ ਗਰਭ ਪੜਾ ਕਹੀ ਨਾ ਲੇਖੇ। ਸੰਸਾਰ ਦੇ ਵਿੱਚ ਪਿਆ ਹੋਇਆ ਕਈ ਤਰ੍ਹਾਂ ਦੀਆਂ ਗੱਲਾਂ ਨੂੰ ਪੜ੍ਹਦਾ ਹੈ, ਕਈ ਤਰ੍ਹਾਂ ਦੀਆਂ ਗੱਲਾਂ ਸੁਣਦਾ ਹੈ, ਕਈ ਤਰ੍ਹਾਂ ਦੀਆਂ ਗੱਲਾਂ ਕਹਿੰਦਾ ਵੀ ਹੈ, ਪਰ ਪਾਤਸ਼ਾਹ ਕਹਿਣ ਲੱਗ ਗਰਭ ਗਰਭ ਪੜੈ। ਹੰਕਾਰ ਦੇ ਵਿੱਚ ਸਗੋਂ ਅੱਗੇ ਹੋਰ ਪੈਂਦਾ ਜਾਂਦਾ, ਹੰਕਾਰ ਵਿੱਚ ਹੋਰ ਪੈਂਦਾ ਜਾਂਦਾ। ਪੜੈ ਤੋਂ ਭਾਵੈ ਪੈ ਜਾਣਾ, ਫਸ ਜਾਣਾ, ਡੁੱਬ ਜਾਣਾ ਕਿਸੇ ਦੇ ਵਿੱਚ। ਕਹੀ ਨਾ ਲੇਖੈ, ਇੱਕ ਵੀ ਗੱਲ ਨਹੀਂ ਲੇਖੇ ਵਿੱਚ ਪਈ, ਇੱਕ ਵੀ ਗੱਲ ਇਹਦੀ ਕਿਸੇ ਲੇਖੇ ਵਿੱਚ ਕਿਸੇ ਗਿਣਤੀ ਵਿੱਚ ਨਹੀਂ ਆਈ ਹੈ। ਜਿਸ ਭੇਟਿਆ ਸਫਲ ਮੂਰਤ ਕਰੇ ਸਦਾ ਕੀਰਤ। ਜਿਸ ਨੂੰ ਸਫਲ ਮੂਰਤੀ ਸਤਿਗੁਰਾਂ ਦੀ ਪ੍ਰਾਪਤ ਹੋ ਜਾਵੇ, ਗੁਰਾਂ ਕੋਲੋਂ ਨਾਮ ਲੈ ਕੇ ਜਿਹਨੇ ਕੀਰਤੀ ਕੀਤੀ ਹੈ। ਗੁਰ ਪ੍ਰਸਾਦ ਕੋ ਨੇਤਰੋ ਪੇਖੇ। ਗੁਰੂ ਦੀ ਕਿਰਪਾ ਦੇ ਨਾਲ, ਇਹਨਾਂ ਨੇਤਰਾਂ ਦੇ ਨਾਲ ਪ੍ਰਮਾਤਮਾ ਨੂੰ ਵੇਖ ਸਕਦਾ ਹੈ। ਮਨ ਹਟ ਜੋ ਕਮਾਵੇ ਤਿਨ ਲੇਖੈ ਪਾਵੈ, ਭਗਲ ਜਿਉ ਧਿਆਨ ਲਾਵੇ ਮਾਰੇ ਧਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਗਲੇ ਵਰਗਾ ਧਿਆਨ। ਬਗਲੇ ਦੇ ਧਿਆਨ ਨੂੰ ਪਖੰਡ ਦਾ ਧਿਆਨ ਕਿਹਾ ਜਾਂਦਾ। ਜਿਹੜਾ ਬਗਲਾ ਹੈ ਨਾ, ਜਦੋਂ ਡੱਡੀ ਫੜਦਾ ਨਾ, ਮੱਛੀ ਫੜਦਾ, ਇੱਕ ਲੱਤ ਉੱਪਰ ਚੱਕ ਲੈਂਦਾ, ਇੱਕ ਲੱਤ ਤੇ ਖੜਦਾ, ਅੱਖਾਂ ਬੰਦ ਕਰਕੇ ਐਨ ਹੋ ਜਾਂਦਾ ਜਿਵੇਂ ਪੱਥਰ ਦਾ ਹੋਵੇ, ਹਿਲਦਾ ਜੁਲਦਾ ਬਿਲਕੁਲ ਨਹੀਂ ਹੈ। ਇਹਨੇ ਚਿਰ ਨੂੰ ਕੋਈ ਡੱਡੀ ਕੋਈ ਮੱਛੀ ਕੋਲ ਦੀ ਲੰਘਣ ਲੱਗੀ ਤੇ ਝਾਟੀ ਵੇਖਿਆ ਵੀ ਹੁਣ ਮੇਰੇ ਸ਼ਿਕਾਰ ਵਿੱਚ ਆ ਗਈ, ਹੁਣ ਭੱਜ ਨਹੀਂ ਸਕੇਗੀ, ਚੁੰਝ ਦੇ ਨਾਲ ਉਸੇ ਵੇਲੇ ਫੜ ਲਈ। ਵਿਖਾਉਂਦਾ ਕੁਝ ਹੋਰ ਪਿਆ ਵੀ ਮੈਂ ਚਿੱਟੇ ਰੰਗ ਦਾ ਮੇਰਾ ਰੰਗ ਹੈ, ਇੱਕ ਲੱਤ ਤੇ ਖਲੋਤਾ, ਮੈਂ ਤੇ ਭਗਤੀ ਕਰਦਾ, ਮੈਂ ਰੱਬ ਦਾ ਭਗਤ। ਵਿਖਾਉਂਦਾ ਤੇ ਇਹ ਹੈ, ਪਰ ਜਦੋਂ ਸ਼ਿਕਾਰ ਆਇਆ ਕਰਨ ਲੱਗਿਆ ਡੇਰੀ ਨਹੀਂ ਲਾਈ। ਬਗਲੇ ਦੀ ਸਮਾਧੀ ਨੂੰ ਪਖੰਡ ਦੀ ਸਮਾਧੀ ਕਿਹਾ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੰਦਾ ਵੀ ਬਗਲੇ ਵਰਗੀਆਂ ਸਮਾਧੀਆਂ ਤੇ ਬੜੀਆਂ ਲਾਉਂਦਾ ਹੈ, ਪਰ ਪਾਤਸ਼ਾਹ ਕਹਿਣ ਲੱਗੇ ਉਹ ਸਮਾਧੀਆਂ ਲਾ ਕੇ ਮਨ ਹੱਠ ਜੋ ਕਮਾਵੇ, ਮਨ ਦੇ ਹੱਠ ਦੇ ਕਰਮ ਕਰਦਾ ਹੈ, ਮਨ ਦੀ ਜਿੱਦ ਕਰਕੇ ਕਰਮ ਕਰਦਾ ਹੈ। ਪਾਤਸ਼ਾਹ ਕਹਿਣ ਲੱਗੇ ਤਿਲ ਨਾ ਲੇਖੈ ਪਾਵੈ, ਇੱਕ ਤਿਲ ਜਿੰਨਾ ਵੀ ਤੇਰਾ ਕਰਮ ਲੇਖੇ ਵਿੱਚ ਨਹੀਂ ਪੈਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਇਆ ਦੇ ਧਾਰੀ
ਇਹ ਮਾਇਆ ਧਾਰੀ ਜੀਵ ਤੇਰੇ ਕਰਮ ਲੇਖੇ ਵਿੱਚ ਨਹੀਂ ਹਨ। ਕੋਈ ਐਸੋ ਰੇ ਸੁਖਦਾਈ ਪ੍ਰਭ ਕੀ ਕਥਾ ਕੋਈ ਸੁਣਾਈ। ਐਸਾ ਸੰਤ ਹੋਵੇ ਸੁਖਦਾਈ ਜਿਹੜਾ ਪਰਮੇਸ਼ਰ ਦੀ ਕਥਾ ਸੁਣਾਉਣਾ ਕਰੇ। ਤਿਸ ਭੇਟੇ ਗਤ ਹੋਏ ਉਸ ਨੂੰ ਹਮਾਰੀ। ਭੇਟੇ ਮਿਲਿਆ ਸਾਡੀ ਗਤ ਕਹੀਏ ਮੁਕਤੀ ਹੋ ਜਾਣਾ ਕਰੇ। ਸੋ ਪ੍ਰਸੰਨ ਗੋਪਾਲ ਰਾਏ ਕਾਟੇ ਰੇ ਬੰਧਨ ਉਹ ਮਾਏ। ਜਿਹੜਾ ਗੋਪਾਲ ਪ੍ਰਮਾਤਮਾ ਜਿਹਦੇ ਤੇ ਪ੍ਰਸੰਨ ਹੋ ਜਾਵੇ ਉਹਦੇ ਮਾਇਆ ਦੇ ਬੰਧਨ ਨੂੰ ਕੱਟ ਦਿੰਦੇ ਹਨ। ਗੁਰ ਕੇ ਸ਼ਬਦ ਮੇਰਾ ਮਨ ਰਾਤਾ। ਗੁਰੂ ਦੇ ਸ਼ਬਦ ਗੁਰੂ ਉਪਦੇਸ਼ ਦੇ ਨਾਲ ਉਹਨਾਂ ਗੁਰਮੁਖਾਂ ਦਾ ਮਨ ਜਿਹੜਾ ਨਾ ਉਹ ਰਾਤਾ ਕਹੀਏ ਰੰਗਿਆ ਜਾਂਦਾ ਨਾਮ ਦੇ ਵਿੱਚ ਬਾਣੀ ਦੇ ਵਿੱਚ। ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ। ਹਰ ਚਰਨ ਭਰਾਤਾ। ਗੁਰੂ ਬਖਸ਼ਿਸ਼ ਕਰਦੇ ਸਦਾ ਸਦਾ ਆਨੰਦ ਉਹਨਾਂ ਗੁਰਮੁਖਾਂ ਨੂੰ ਸਦਾ ਵਾਸਤੇ ਆਨੰਦ ਪ੍ਰਾਪਤ ਹੋ ਜਾਂਦਾ। ਕਿਹਨਾਂ ਨੂੰ? ਭੇਟਿਓ ਨਿਰਭੈ ਗੋਬਿੰਦ, ਜਿਨ੍ਹਾਂ ਨੂੰ ਨਿਰਭੈ ਪ੍ਰਮਾਤਮਾ ਮਿਲਦਾ। ਗੁਰਮੁਖੋ ਜਿਹੜੀਆਂ ਵੱਡੀਆਂ ਪੰਕਤੀਆਂ ਹੁੰਦੀਆਂ ਨਾ ਗੁਰਬਾਣੀ ਦੇ ਵਿੱਚ, ਇੱਕ ਪੰਕਤੀ ਤੇ ਵਿਸ਼ਰਾਮ ਲੱਗਦਾ, ਇੱਕ ਪੰਕਤੀ ਤੇ ਜੌਂਕੀ ਲੱਗਦੀ ਹੈ, ਇੱਕ ਛੋਟਾ ਵਿਸ਼ਰਾਮ ਜਿਹਨੂੰ ਆਪਾਂ ਕਹਿ ਦਈਏ। ਉਹ ਛੋਟੇ ਵਿਸ਼ਰਾਮ ਦਾ ਭਾਵ ਹੁੰਦਾ ਥੋੜਾ ਜਿਹਾ ਖੜ ਕੇ ਫਿਰ ਅੱਗੇ ਸ਼ਬਦ ਨੂੰ ਪੜ੍ਹਨਾ, ਤੇ ਵਿਸ਼ਰਾਮ ਦਾ ਭਾਵ ਹੁੰਦਾ ਵੀ ਪੂਰਾ ਖੜ ਕੇ ਤੇ ਫਿਰ ਅੱਗੇ ਪੜ੍ਹਨਾ। ਇੱਕ ਥੋੜੀ ਜੀ ਬ੍ਰੇਕ ਮਾਰਨੀ, ਇੱਕ ਪੂਰੀ ਬ੍ਰੇਕ ਮਾਰਨੀ ਹੈ। ਜਿੰਨਾ ਚਿਰ ਉਹ ਉਸ ਤਰੀਕੇ ਨਾਲ ਨਹੀਂ ਪੜਾਂਗੇ ਗੁਰਬਾਣੀ ਦੀ ਸਮਝ ਨਹੀਂ ਲੱਗੇਗੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਦਾ ਸਦਾ ਆਨੰਦ, ਇੱਥੇ ਜੌਂਕੀ ਲਾ ਕੇ ਥੋੜਾ ਜਿਹਾ ਰੁਕਣਾ। ਸਦਾ ਵਾਸਤੇ ਆਨੰਦ ਹੈ। ਭੇਟਿਓ ਨਿਰਭੈ ਗੋਬਿੰਦ, ਜਿਨ੍ਹਾਂ ਨੂੰ ਨਿਰਭੈ ਗੋਬਿੰਦ ਪ੍ਰਮਾਤਮਾ ਮਿਲੇ ਹਨ। ਸੁਖ ਨਾਨਕ ਲਾਦੇ ਹਰ ਚਰਨ ਭਰਾਤਾ। ਉਹਨਾਂ ਨੂੰ ਚਰਨਾਂ ਵਿੱਚ ਪੈਣ ਕਰਕੇ ਸਾਰੇ ਸੁਖ ਪ੍ਰਾਪਤ ਹੁੰਦੇ ਹਨ। ਸਫਲ ਸਫਲ ਭਈ ਸਫਲ ਯਾਤਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹਨਾਂ ਦਾ ਜੀਵਨ ਸਫਲਾ ਹੈ। ਮਨ ਕਰਕੇ ਸਫਲੇ, ਤਨ ਕਰਕੇ ਸਫਲੇ, ਬਾਣੀ ਕਰਕੇ ਉਹ ਗੁਰਮੁਖ ਸਫਲੇ ਹੋ ਗਏ। ਯਾਤਰਾ ਕਹੀਏ ਜਾਣੇ ਜਾਂਦੇ ਸਫਲੇ ਹੋਏ, ਐਸੇ ਗੁਰਮੁਖ ਹਨ। ਫਿਰ ਬਖਸ਼ਿਸ਼ ਕਰਦੇ ਹਨ। ਸਫਲ ਸਫਲ ਭਈ ਸਫਲ ਯਾਤਰਾ। ਸਫਲ ਤੋਂ ਭਾਵ ਸਹਿਤ ਫਲ ਦੇ ਉਹ ਗੁਰਮੁਖ ਹੋਏ ਨੇ। ਸਹਿਤ ਫਲ ਦੇ ਹੋ ਕੇ ਉਹਨਾਂ ਦਾ ਮਨੁੱਖਾ ਜਨਮ ਜਿਹੜਾ ਹੈ ਉਹ ਸਹਿਤ ਫਲਾਂ ਦੇ ਹੋ ਗਿਆ ਹੈ, ਪ੍ਰਫੁੱਲਤ ਹੋ ਗਿਆ ਹੈ। ਭਈ ਸਫਲ ਯਾਤਰਾ, ਉਹਨਾਂ ਦੀ ਯਾਤਰਾ ਦੁਨੀਆ ਤੇ ਆਉਣਾ, ਜਨਮ ਲੈ ਕੇ ਇਸ ਦੁਨੀਆ ਤੋਂ ਜਾਣਾ, ਇਹ ਯਾਤਰਾ ਉਹਨਾਂ ਦੀ ਸਫਲੀ ਹੋ ਗਈ ਹੈ। ਆਉਣਾ ਜਾਣਾ ਉਹਨਾਂ ਗੁਰਮੁਖਾਂ ਨੇ ਸਫਲਾ ਕਰ ਲਿਆ ਹੈ। ਆਵਣ ਜਾਨ ਰਹੇ ਮਿਲੇ ਸਾਦਾ। ਸਾਧੂ ਸਰੂਪ ਗੁਰੂ ਨੂੰ ਮਿਲੇ ਨੇ, ਉਹਨਾਂ ਦਾ ਆਉਣਾ ਜਾਣਾ ਰਹਿ ਗਿਆ, ਮੁੱਕ ਗਿਆ, ਖਤਮ ਹੋ ਗਿਆ। ਆਵਣ ਜਾਣ ਰਹੇ ਮੇਰੇ ਸਾਧਾ, ਜਿਹੜੇ ਮੇਰੇ ਸਾਧ ਸਰੂਪ ਸਤਿਗੁਰਾਂ ਨੂੰ ਮਿਲੇ ਨੇ ਨਾ ਭਾਈ ਆ ਕੇ, ਉਹਨਾਂ ਦਾ ਫਿਰ ਸੰਸਾਰ ਵਿੱਚ ਜੰਮ ਕੇ ਆਉਣਾ, ਮਰ ਕੇ ਜਾਣਾ, ਇਹ ਰਹਿ ਜਾਂਦਾ, ਮੁੱਕ ਜਾਂਦਾ, ਖਤਮ ਹੋ ਜਾਂਦਾ ਹੈ। ਰਹਾਉ ਦੂਜਾ। ਇੱਥੇ ਦੂਜਾ ਰਹਾਉ ਮਹਾਰਾਜ ਜੀਆਂ ਨੇ ਉੱਤਰ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਜੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲਾ। ਸਫਲ ਸਫਲ ਭਈ ਸਫਲ ਯਾਤਰਾ। ਆਵਣ ਜਾਨ ਰਹੇ